9-10 ਸਾਲ ਦਾ ਬੱਚਾ ਇਹਨਾਂ ਮੁਲਕਾਂ 'ਚ ਅਗਰ ਆਪਣੇ ਪਿਓ ਨੂੰ ਧਮਕੀ ਦਿੰਦਾ ਤੇ ਪਿਓ ਨੂੰ ਚਾਹੀਦਾ ਉਹਦੇ ਤੇ ਗੁੱਸਾ ਨਹੀਂ, ਉਹਨੂੰ ਪਿਆਰ ਨਾਲ ਸਮਝਾਏ, ਨਹੀਂ ਤੇ ਨਤੀਜਾ ਜਿਹੜਾ ਬੜਾ ਖਤਰਨਾਕ ਵੀ ਹੋ ਸਕਦਾ। ਜਵਾਨ ਕਹਿੰਦਾ ਸਭ ਤੋਂ ਪਹਿਲਾਂ ਮੈਂ ਰਿਕੁਐਸਟ ਕਰਾਂਗਾ ਜਿਨ੍ਹਾਂ ਮਾਵਾਂ ਦੇ ਇੱਥੇ ਬੱਚੇ ਆਏ ਨੇ ਉਹ ਆਪਣੇ ਬੱਚਿਆਂ ਨੂੰ ਟਾਈਮ ਦੇਣ, ਨਾ ਕਿ ਪਾਕਿਸਤਾਨ ਕਾਲਾ ਮਲਾਈ ਰੱਖਣ। ਕਹਿੰਦਾ ਮੇਰੀ ਬੀਵੀ ਦਾ ਵੀ ਇਹ ਹੀ ਕੰਮ ਹੁੰਦਾ ਸੀ, ਜਿਵੇਂ ਬੱਚੇ ਸਕੂਲ ਜਾਂਦੇ ਸੀ ਪਿੱਛੋਂ ਪਾਕਿਸਤਾਨ ਕਾਲ ਮਿਲਾ ਲੈਂਦੇ ਸੀ, ਬੱਚੇ ਸਕੂਲੋਂ ਵਾਪਸ ਆਉਂਦੇ ਉਹਨਾਂ ਨੂੰ ਰੋਟੀ ਦੇ ਕੇ ਫਿਰ ਪਾਕਿਸਤਾਨ ਕਾਲ ਮਿਲਾ ਲੈਂਦੇ ਸੀ। ਕਹਿੰਦਾ ਮੈਂ ਜਿਸ ਵੇਲੇ ਕਾਲ ਕੀਤੀ ਉਹਦਾ ਨੰਬਰ ਬਿਜ਼ੀ ਹੁੰਦਾ, ਫਿਰ ਬੱਚਿਆਂ ਦੇ ਨੰਬਰ ਤੇ ਕਾਲ ਕਰਦਾ, ਉਹ ਦੱਸਦੇ ਸੀ ਕਿ ਮਾਮਾ ਨੇ ਪਾਕਿਸਤਾਨ ਕਾਲ ਮਿਲਾਈ ਹੈ। ਕਹਿੰਦਾ ਮੈਂ ਬੜੀ ਵਾਰੀ ਆਖਿਆ ਕਿ ਰੋਜ਼ ਨਾ ਕਾਲ ਕਰਿਆ ਕਰ, ਕਿਧਰੇ ਕਰ ਲਿਆ ਕਰ, ਲੇਕਿਨ ਕਹਿੰਦਾ ਉਹ ਮੇਰੀ ਗੱਲ ਨਹੀਂ ਸੀ ਸੁਣਦੀ। ਕਹਿੰਦਾ ਕਰੋਨਾ ਆ ਗਿਆ ਤੇ ਮੇਰਾ ਕੰਮ ਹੋ ਗਿਆ ਬੰਦ ਤੇ ਕਹਿੰਦਾ ਮੈਂ ਘਰ ਬਹਿ ਗਿਆ। ਕਹਿੰਦਾ ਤੂੰ ਬੱਚਿਆਂ ਨੂੰ ਵੀ ਛੁੱਟੀਆਂ ਹੋਈਆਂ ਸੀ, ਕਹਿੰਦਾ ਮੈਂ ਇਸ ਵੇਲੇ ਸਵੇਰ ਉੱਠਦਾ ਦੇਖਦਾ ਬੱਚੇ ਟੀਵੀ ਤੇ ਬੈਠੇ ਨੇ, ਕੋਈ ਫੋਨ ਲੈ ਕੇ ਬੈਠੇ ਆ। ਕਹਿੰਦਾ ਮੈਂ ਬੀਵੀ ਨੂੰ ਆਖਿਆ ਤੂੰ ਕਿਹੜਾ ਕੰਮ ਸ਼ੁਰੂ ਕੀਤਾ, ਬੱਚਿਆਂ ਨੂੰ ਕਿਉਂ ਫੋਨ ਦੇਣੀ ਹੈ। ਕਹਿੰਦੇ ਮੈਂ ਕੀ ਕਰਾਂ, ਸਵੇਰ ਉੱਠ ਕੇ ਰੋਲਾ ਪਾ ਦਿੰਦੇ ਨੇ, ਅੱਗੇ ਵੀ ਸ਼ਿਕਾਇਤ ਕੀਤੀ ਥੱਲੇ ਵਾਲਿਆਂ ਨੇ, ਇਹ ਬਿਲਡਿੰਗ ਚੰਗਾ ਭਲਾ ਮਸਲਾ ਬਣ ਜਾਂਦਾ ਹੈ। ਕਹਿੰਦਾ ਮੈਂ ਆਪੂ ਪਰੇਸ਼ਾਨ ਹੋ ਗਿਆ, ਹੁਣ ਮੈਂ ਕੀ ਕਰਾਂ। ਕਹਿੰਦਾ ਮੈਂ ਬੱਚਿਆਂ ਸਾਰਿਆਂ ਨੂੰ ਬਿਠਾਇਆ, ਮੈਂ ਕਿਹਾ ਗੱਲ ਸੁਣੋ, ਤੁਸੀਂ ਜ਼ਿਆਦਾ ਫੋਨ ਨਾ ਤੱਕਿਆ ਕਰੋ, ਤੁਹਾਡੀ ਨਜ਼ਰ ਖਰਾਬ ਹੋ ਜਾਏਗੀ, ਤੁਸੀਂ ਮੇਰੇ ਨਾਲ ਗੱਲਾਂ ਕਰਿਆ ਕਰੋ। ਕਹਿੰਦਾ ਪਹਿਲਾਂ ਤੇ ਗੱਲ ਆਰਾਮ ਸਕੂਨ ਨਾਲ ਸੁਣ ਕੇ ਫਿਰ ਫੋਨ ਮੰਗਣ ਲੱਗ ਪੈਂਦੇ, ਫੋਨ ਦਿਓ। ਕਹਿੰਦਾ ਇੱਕ ਦਿਨ ਮੈਨੂੰ ਗੁੱਸਾ ਆਇਆ, ਬਾਕੀ ਬੱਚੇ ਤੇ ਮੇਰੇ ਮੰਨ ਗਏ, ਜਿਹੜਾ ਮੇਰਾ 9-10 ਸਾਲ ਦਾ ਬੱਚਾ ਨਾ ਉਹ ਨਾ ਮੰਨੇ। ਕਹਿੰਦਾ ਉਹਦਾ ਫੋਨ ਮੈਂ ਛੁਪਾ ਦਿੱਤਾ, ਮੈਨੂੰ ਕਹਿੰਦਾ ਪਾਪਾ ਮੇਰਾ ਫੋਨ ਦੇ। ਕਹਿੰਦਾ ਮੈਂ ਕਿਹਾ ਨਹੀਂ ਮੈਂ ਤੈਨੂੰ ਫੋਨ ਨਹੀਂ ਦੇਣਾ। ਕਹਿੰਦਾ ਉਹ ਮੈਨੂੰ ਮਾਰਨਾ ਸ਼ੁਰੂ ਹੋ ਗਿਆ ਚੰਡਾ ਨਾਲ ਨਾ। ਕਹਿੰਦਾ ਮੈਂ ਸਮਝਿਆ ਮੇਰੇ ਨਾਲ ਮਜ਼ਾਕ ਲੱਗੀ ਹੈ, ਕਹਿੰਦਾ ਮੈਂ ਨਾ ਕਰ। ਕਹਿੰਦਾ ਮੈਂ ਢੇਰ ਮਜ਼ਾਕ ਕੀਤਾ ਲੇਕਿਨ ਉਹ ਬਾਜ਼ ਨਾ ਆਇਆ, ਉਹ ਸੱਚੀ ਮੁੱਚੀ ਮੈਨੂੰ ਮਾਰਦਾ ਸੀ ਪਿਆ, ਹੋਰ ਜੁੱਤੀ ਚੁੱਕ ਕੇ ਤੇ ਉਹਨੇ ਮੇਰੇ ਮੂੰਹ ਤੇ ਮਾਰ ਦਿੱਤੀ। ਕਹਿੰਦਾ ਮੈਨੂੰ ਬੜਾ ਵੱਟ ਚੜਿਆ, ਕਹਿੰਦਾ ਮੈਂ ਜ਼ੋਰ ਦਾ ਕੰਨ ਪੱਟ ਕੇ ਨਾ ਤੇ ਉਹਨੂੰ ਮੈਂ ਸਾਈਡ ਤੇ ਬਿਠਾ ਦਿੱਤਾ। ਕਹਿੰਦਾ ਮੇਰੇ ਵੱਲ ਗੁੱਸੇ ਨਾਲ ਤੱਕਦਾ ਰਿਹਾ। ਕਹਿੰਦਾ ਮੈਨੂੰ ਕਹਿੰਦਾ ਕਿ ਮੈਂ ਸਕੂਲ ਜਾ ਕੇ ਟੀਚਰ ਨੂੰ ਦੱਸਾਂਗਾ ਕਿ ਮੇਰੇ ਪਾਪਾ ਨੇ ਮੈਨੂੰ ਮਾਰਿਆ। ਕਹਿੰਦਾ ਮੈਨੂੰ ਵੱਟ ਚੜ ਗਿਆ, ਕਹਿੰਦਾ ਮੈਂ ਕੰਨ ਤੇ ਅੱਗੇ ਛਿੱਕਿਆ ਸੀ। ਕਹਿੰਦਾ ਉੱਠ ਕੇ ਮੈਂ 2 ਚੰਡਾ ਜਿਸ ਵੇਲੇ ਲਾਈਆਂ ਨਾ, ਕਹਿੰਦਾ ਉਹ ਰੋਣ ਲੱਗ ਪਿਆ ਬੜੇ ਜ਼ੋਰ ਦਾ। ਕਹਿੰਦਾ ਮੈਂ ਸਾਈਡ ਤੇ ਹੋ ਗਿਆ, ਮੈਂ ਕਿਹਾ ਇੱਥੇ ਹੀ ਹੈ। ਕਹਿੰਦਾ ਥੋੜੀ ਦੇਰ ਮੈਂ ਤੱਕਿਆ, ਮੈਨੂੰ ਪਤਾ ਵੀ ਨਾ ਲੱਗਾ, ਦਰਵਾਜ਼ਾ ਖੋਲ ਕੇ ਤੇ ਚੁੱਪ ਕਰਕੇ ਬਾਹਰ ਨਿਕਲ ਗਿਆ। ਕਹਿੰਦਾ ਮੈਨੂੰ ਕੋ ਨਾ ਪਤਾ ਲੱਗਾ। ਥੋੜੀ ਦੇਰ ਬਾਅਦ ਆ ਕੇ ਮੈਂ ਬੀਬੀ ਕੋਲੋਂ ਪੁੱਛਿਆ ਕਿ ਕਿੱਧਰ ਗਿਆ, ਉਹ ਕਹਿੰਦੀ ਹੈ ਮੈਨੂੰ ਕੀ ਪਤਾ, ਸੋਫੇ ਪਿੱਛੇ ਹੋਣਾ ਕਿਰੇ ਬੈਠੇ ਆ। ਕਹਿੰਦਾ ਇਸ ਵੇਲੇ ਸੋਫੇ ਪਿੱਛੇ ਜਾ ਕੇ ਦੇਖਿਆ, ਉੱਥੇ ਵੀ ਕੋਨਾ, ਉਹਦੇ ਭੈਣਾ ਭਰਾਵਾਂ ਕੋਲ ਪੁੱਛਿਆ, ਉਹਨਾਂ ਨੇ ਸਾਨੂੰ ਨਹੀਂ ਪਤਾ। ਕਹਿੰਦਾ ਬਾਥਰੂਮ ਜਾ ਕੇ ਦੇਖਿਆ, ਉੱਥੇ ਵੀ ਕੋਨਾ। ਕਹਿੰਦਾ ਮੈਨੂੰ ਟੈਨਸ਼ਨ ਹੋ ਗਈ, ਮੈਂ ਕਿਹਾ ਕਿੱਧਰ ਗਿਆ। ਕਹਿੰਦੀ ਇਹ ਗੁਆਂਢੀਆਂ ਦੇ ਘਰ ਗਿਆ ਹੋਣਾ, ਅਕਸਰ ਉੱਥੇ ਜਾਂਦਾ ਰਹਿੰਦਾ ਉਹਨਾਂ ਦੇ ਬੱਚਿਆਂ ਨਾਲ ਖੇਡਣ ਵਾਸਤੇ। ਕਹਿੰਦਾ ਉਹਨਾਂ ਦਾ ਜਾ ਕੇ ਦਰਵਾਜ਼ਾ ਖੜਕਾਇਆ, ਉਹ ਕਹਿੰਦੇ ਇੱਧਰ ਤੇ ਕੋਈ ਨਹੀਂ ਆਇਆ। ਕਹਿੰਦਾ ਮੈਨੂੰ ਪਰੇਸ਼ਾਨੀ ਹੋ ਗਈ, ਉਹ ਗਿਆ ਕਿੱਧਰ ਹੈ। ਕਹਿੰਦਾ ਮੈਂ ਫਟਾਫਟ ਚੱਪਲਾਂ ਪਾਈਆਂ ਤੇ ਥੱਲੇ ਢਾਲ ਗਿਆ। ਕਹਿੰਦਾ ਜਾ ਕੇ ਅੱਗੇ ਪਿੱਛੇ ਦੇਖਿਆ, ਮੈਨੂੰ ਕੋਨਾ ਨਜ਼ਰ ਆਇਆ। ਥੋੜੀ ਦੇਰ ਬਾਅਦ ਬੀਵੀ ਦੀ ਕਾਲ ਆਈ ਕਿ ਲੱਭਾ ਜੇ। ਕਹਿੰਦਾ ਮੈਂ ਕਿਹਾ ਨਹੀਂ ਮੈਨੂੰ ਤੇ ਕੋਈ ਨਹੀਂ ਲੱਭਾ। ਕਹਿੰਦਾ ਬੀਵੀ ਵੀ ਢਾਲ ਆਈ, ਅੱਗੂ ਮੇਰਾ ਜਿਹੜਾ ਵੱਡਾ ਬੇਟਾ ਉਹ ਵੀ ਢਾਲ ਆਇਆ। ਕਹਿੰਦਾ ਅਸੀਂ ਅੱਗੇ ਪਿੱਛੇ ਢੂੰਡਣਾ ਸ਼ੁਰੂ ਕਰਤਾ, ਉਹ ਸਾਨੂੰ ਕੋਨਾ ਲੱਭਾ। ਕਹਿੰਦਾ ਤਕਰੀਬਨ 3 ਘੰਟੇ ਬਾਅਦ ਜਿਹੜਾ ਅਸੀਂ ਇੱਕ ਪਾਰਕ 'ਚ ਗਏ ਤੇ ਉੱਥੇ ਜਾ ਕੇ ਉਹ ਬੈਠੇ ਆ। ਕਹਿੰਦਾ ਮੈਂ ਜਦੋਂ ਦੇਖਿਆ ਤੇ ਮੇਰੀ ਜਾਨ 'ਚ ਜਾਨ ਆਈ ਕਿ ਕੋਈ ਮਸਲਾ ਨਹੀਂ ਬਣਿਆ। ਕਹਿੰਦਾ ਮੈਂ ਉਹਦੇ ਕੋਲ ਜਾ ਕੇ ਬਹਿ ਗਿਆ, ਮੈਂ ਕਿਹਾ ਕੀ ਮਸਲਾ ਬਣਿਆ, ਤੂੰ ਕਿਉਂ ਇੱਥੇ ਆ ਗਏ, ਘਰੋਂ ਇਸ ਤਰ੍ਹਾਂ ਤੇਰੀ ਨਹੀਂ ਨਿਕਲੀਦਾ। ਕਹਿੰਦਾ ਨਹੀਂ ਤੂੰ ਮੈਨੂੰ ਮਾਰਿਆ ਤੇ ਮੈਂ ਹੁਣ ਘਰ ਨਹੀਂ ਜਾਣਾ। ਕਹਿੰਦਾ ਫਿਰ ਉਹਨੂੰ ਰਾਜ਼ੀ ਕਰਕੇ ਤੇ ਘਰ ਲਿਆਂਦਾ। ਜਿਸ ਵੇਲੇ ਉਹ ਘਰ ਪਹੁੰਚਿਆ, ਘਰ ਆ ਕੇ ਮੈਨੂੰ ਕਹਿੰਦਾ ਦੇ ਮੇਰਾ ਫੋਨ। ਕਹਿੰਦਾ ਫਿਰ ਉਹਨੇ ਉਹੀ ਗੱਲ ਕੀਤੀ। ਕਹਿੰਦਾ ਮੈਂ ਫਟਾਫਟ ਉਹਨੂੰ ਉਹਦਾ ਫੋਨ ਫੜਾਇਆ, ਮੈਂ ਕਿਹਾ ਇਹ ਲੈ ਤੇਰਾ ਫੋਨ, ਤੂੰ ਤੱਕ ਜਿਸ ਨਾਲ ਮਰਜ਼ੀ। ਕਹਿੰਦਾ ਅੱਗੋਂ ਦੂਸਰੇ ਬੱਚੇ ਆਂਦੇ ਨੇ ਪਾਪਾ ਤੁਸੀਂ ਹੁਣ ਇਹਨੂੰ ਮਨਾ ਨਹੀਂ ਕਰਦੇ, ਅਸੀਂ ਵੀ ਘਰੋਂ ਨੱਸ ਜਾਾਂਗੇ। ਕਹਿੰਦਾ ਮੈਨੂੰ ਪਰੇਸ਼ਾਨੀ ਹੋ ਗਈ ਹੈ, ਕੀ ਮਸਲਾ ਬਣ ਗਿਆ ਮੇਰੇ ਨਾਲ। ਕਹਿੰਦਾ ਮੈਂ ਆਸਤਾ ਕੋਸ਼ਿਸ਼ ਕੀਤੀ ਕਿ ਇਹਨੂੰ ਕੰਟਰੋਲ ਕਰਾਂ, ਲੇਕਿਨ ਇਹਨੇ ਕੰਟਰੋਲ ਹੋਣ ਦੀ ਕੋਸ਼ਿਸ਼ ਨਾ ਕੀਤੀ ਤੇ ਦਿਮਾਗ 'ਚ ਉਹੀ ਗੱਲ ਬੈਠੀ ਸੀ ਕਿ ਮੈਂ ਘਰੋਂ ਨੱਸਿਆ ਸਾਂ ਤੇ ਮੇਰੇ ਪਾਪਾ ਨੇ ਮੈਨੂੰ ਫੋਨ ਦੇ ਦਿੱਤਾ ਆ। ਕਹਿੰਦਾ ਮੈਂ ਉਹਨੂੰ ਆਖਿਆ ਕਿ ਗੱਲ ਸੁਣ, ਅੱਗੇ ਤੇ ਤੂੰ ਨੱਸ ਗਿਆ, ਮੈਂ ਤੈਨੂੰ ਫੋਨ ਦਿੱਤਾ ਸੀ, ਹੁਣ ਜੇ ਮੈਂ ਤੇਰੇ ਕੋਲ ਫੋਨ ਲਿਆ ਤੈਨੂੰ ਨਹੀਂ ਦੇਣਾ। ਕਹਿੰਦਾ ਜੇ ਤੂੰ ਮੇਰੇ ਕੋਲੋਂ ਫੋਨ ਲਿਆ ਤੇ ਮੈਂ ਆਪਣੀ ਟੀਚਰ ਨੂੰ ਜਾ ਕੇ ਦੱਸਾਂ। ਕਹਿੰਦਾ ਮੈਂ ਜਾ ਦੱਸ ਨਹੀਂ ਤੇ। ਕਹਿੰਦਾ ਮੈਂ ਉਹਦੇ ਕੋਲੋਂ ਫੋਨ ਲੈ ਲਿਆ। ਕਹਿੰਦਾ ਉਹਨੇ ਜਾ ਟੀਚਰ ਨੂੰ ਦੱਸਿਆ ਕਿ ਇਸ ਤਰ੍ਹਾਂ ਮੇਰੇ ਪਾਪਾ ਨੇ ਮੈਨੂੰ ਮਾਰਿਆ ਸੀ, ਚੰਡਾ ਜ਼ੋਰ ਦੀਆਂ ਮਾਰੀਆਂ ਸੀ। ਕਹਿੰਦਾ ਉਹਦੀ ਟੀਚਰ ਨੇ ਮੈਨੂੰ ਕਾਲ ਕੀਤੀ ਕਿ ਤੇਰਾ ਬੱਚਾ ਇਸ ਤਰ੍ਹਾਂ ਗੱਲ ਪਿਆ ਦਾ, ਅਸਾਂ ਤੇਰੇ ਨਾਲ ਮੀਟਿੰਗ ਕਰਨੀ ਹੈ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ। ਕਹਿੰਦਾ ਮੈਂ ਤੇ ਮੇਰੀ ਬੀਵੀ ਜਿਹੜੀ ਹੈ ਸਕੂਲ ਟੁਰ ਗਏ। ਕਹਿੰਦਾ ਅੰਦਰ ਇੱਕ ਕਮਰੇ 'ਚ ਲੈ ਕੇ ਜਾ ਕੇ ਉੱਥੇ ਬਿਠਾ ਦਿੱਤੀ ਉਹਨੇ। ਕਹਿੰਦਾ ਬੱਚੇ ਮੇਰੇ ਨੂੰ ਸਾਹਮਣੇ ਬਿਠਾਏ ਉਹਨੇ, ਬੱਚਾ ਮੇਰਾ ਇਤਨਾ ਕਾਨਫੀਡੈਂਸ ਹੈ ਕਦੇ ਘਰ ਮੈਨੂੰ ਉਹ ਨਜ਼ਰ ਹੀ ਨਹੀਂ ਆਇਆ। ਕਹਿੰਦਾ ਟੀਚਰ ਸਾਹਮਣੇ ਬਿਠਾ ਕੇ ਉਹਨੂੰ ਪੁੱਛਦੀ ਆ ਦੱਸ ਤੇਰੇ ਪਾਪਾ ਨੇ ਤੈਨੂੰ ਮਾਰਿਆ। ਕਹਿੰਦਾ ਬਿਲਕੁਲ ਮੈਨੂੰ ਮੇਰੇ ਪਾਪਾ ਨੇ ਮਾਰਿਆ। ਕਹਿੰਦਾ ਮੈਂ ਦੇਖ ਕੇ ਪਰੇਸ਼ਾਨ ਹੋ ਗਿਆ, ਕੀ ਬਣ ਗਿਆ, ਬੱਚਾ ਮੇਰਾ ਸਾਹਮਣੇ ਪਿਆ ਆਖਦਾ। ਕਹਿੰਦਾ ਮੈਨੂੰ ਅੱਗੇ ਹੀ ਪਤਾ ਸੀ ਕਾਨੂੰਨ ਕਿਤਨੇ ਸਖਤ ਨੇ ਤੇ ਮਸਲਾ ਕਿਤਨਾ ਵੱਡਾ ਬਣ ਸਕਦਾ। ਉਹਨੇ ਆਖਿਆ ਜੀ ਤੂੰ ਇਹਨੂੰ ਮਾਰਿਆ, ਤੂੰ ਇਸ ਤਰ੍ਹਾਂ ਨਹੀਂ ਕਰ ਸਕਦਾ। ਕਹਿੰਦਾ ਸਾਰਾ ਲਿਖ ਲੋਕ ਕੇ ਨਾ ਤੇ ਉਹ ਲੈ ਗਏ ਤੇ ਬਾਕੀ ਸਾਨੂੰ ਕਹਿੰਦੇ ਤੁਸੀਂ ਜਾਓ। ਕਹਿੰਦਾ ਅਸੀਂ ਘਰ ਆ ਗਏ, ਬੜੇ ਪਰੇਸ਼ਾਨ ਹੋਏ। ਕਹਿੰਦਾ ਜਿਸ ਵੇਲੇ ਬੱਚਾ ਘਰ ਆਇਆ ਤੇ ਇਸ ਤਰ੍ਹਾਂ ਬੜਾ ਇਤਮਾਦ ਵਿੱਚ ਕਹਿੰਦਾ ਨਹੀਂ ਪਾਪਾ ਤੂੰ ਮੈਨੂੰ ਮਾਰਿਆ ਤੇ ਮੈਂ ਦੱਸਿਆ, ਮੇਰੀ ਟੀਚਰ ਕਹਿੰਦੀ ਆ ਤੂੰ ਅੱਛਾ ਕੀਤਾ ਤੂੰ ਦੱਸਿਆ ਸਾਨੂੰ। ਕਹਿੰਦਾ ਮੈਂ ਅੱਗੋਂ ਪਰੇਸ਼ਾਨ ਨੂੰ ਮੈਂ ਸਮਝਾਇਆ ਕਿ ਤੈਨੂੰ ਨਹੀਂ ਪਤਾ ਕਿ ਤੂੰ ਕੀ ਮਸਲਾ ਕਰ ਬੈਠਾ ਹੈ, ਹੁਣ ਤੇਰੇ ਸਾਰੇ ਭੈਣਾਂ ਭਰਾਵਾਂ ਨੂੰ ਇਹ ਲੈ ਜਾਣਗੇ। ਕਹਿੰਦਾ ਨਹੀਂ ਮੈਨੂੰ ਨਹੀਂ ਪਤਾ। ਕਹਿੰਦਾ ਇਸ ਲਈ ਅੰਮਾ ਨੇ ਸਮਝਾਇਆ ਸਹੀ ਤਰ੍ਹਾਂ ਆਰਾਮ ਸਕੂਨ ਨਾਲ ਤੇ ਫਿਰ ਉਹਦੀ ਗੱਲ ਜਿਹੜੀ ਆ ਦਿਮਾਗ 'ਚ ਬਹਿ ਗਈ। ਕਹਿੰਦਾ ਜਿਸ ਵੇਲੇ ਉਹ ਆਏ ਤੇ ਉਹਨਾਂ ਨੂੰ ਆਖਦਾ ਕਿ ਨਹੀਂ ਮੇਰੇ ਪਾਪਾ ਨੇ ਮੈਨੂੰ ਮਾਰਿਆ ਨਹੀਂ ਸੀ, ਮੈਂ ਝੂਠ ਮਾਰਦਾ ਸਾ ਪਿਆ ਕਿਉਂਕਿ ਮੇਰਾ ਪਾਪਾ ਮੈਨੂੰ ਫੋਨ ਨਹੀਂ ਸੀ ਦਿੰਦਾ
ਲੱਗ ਪਿਆ ਮੈਂ ਫੋਨ ਰੱਖਿਆ ਸੀ ਪਾਪਾ ਨੇ ਮੈਨੂੰ ਟੱਚ ਵੀ ਨਹੀਂ ਪਾਪਾ ਨੇ ਕੀਤਾ ਬਸ ਇਸ ਵਜ੍ਹਾ ਤੋਂ ਜਿਹੜਾ ਮੈਂ ਸਕੂਲ ਝੂਠ ਮਾਰਿਆ। ਜਿਸ ਵੇਲੇ ਉਹਨਾਂ ਨੇ ਸੁਣਿਆ ਉਹਨਾਂ ਨੇ ਆਖਿਆ ਤੂੰ ਝੂਠ ਮਾਰ ਕੇ ਅੱਛਾ ਨਹੀਂ ਕੀਤਾ। ਉਹਨੇ ਆਖਿਆ ਨਹੀਂ ਅੱਗੇ ਵੀ ਇਸ ਤਰ੍ਹਾਂ ਛੋਟੇ-ਮੋਟੇ ਝੂਠ ਮਾਰਦਾ ਰਹਿੰਦਾ ਹੈ ਤੇ ਤਾਂ ਵਾਤੇ ਅਸੀਂ ਨੂੰ ਸਮਝਾਉਂਦੇ ਕਿ ਇਸ ਤਰ੍ਹਾਂ ਦਾ ਕੰਮ ਨਹੀਂ ਕਰੀਦਾ। ਕਹਿੰਦਾ ਬਹਰਹਾਲ ਉਹ ਚੁੱਪ ਕਰਕੇ ਟੁਰ ਗਏ। ਕਹਿੰਦਾ ਸਾਡੇ ਸਿਰੋਂ ਤੇ ਬਲਾ ਲੈ ਗਈ। ਕਹਿੰਦਾ ਮੈਂ ਉਹਨੂੰ ਫਿਰ ਕਲਾਵੇ ਮਾਰੇ, ਉਹਨੂੰ ਸਮਝਾਇਆ, ਉਹਨੂੰ ਪਾਰਕ ਸ਼ਰਕ ਖੜਨਾ ਸ਼ੁਰੂ ਕੀਤਾ। ਮੈਂ ਕਿਹਾ ਤੂੰ ਜੋ ਮਰਜ਼ੀ ਕਰ ਲੇਕਿਨ ਫੋਨ ਨਾ ਤੱਕਿਆ ਕਰ, ਤੇਰੀ ਨਜ਼ਰ ਖਰਾਬ ਹੋ ਜਾਏਗੀ। ਕਹਿੰਦਾ ਮੈਂ ਵੀਡੀਓ ਤਕਾਉਂਦਾ ਸੀ ਉਹਨੂੰ ਕੱਢ ਕੇ, ਇਹ ਦੇਖ ਇਸ ਬੱਚੇ ਦੀ ਕਿੰਨੀ ਨਜ਼ਰ ਖਰਾਬ ਹੋ ਗਈ ਹੈ, ਇਹਦੀ ਕਿੰਨੀ ਖਰਾਬ ਹੋ ਗਈ ਹੈ। ਕਹਿੰਦਾ ਆਸਤਾ ਆਸਤਾ ਉਹਨੂੰ ਸਮਝਾਇਆ ਤੇ ਉਹਨੇ ਕਿਹਾ ਠੀਕ ਹੈ ਪਾਪਾ ਜਿਸ ਤਰ੍ਹਾਂ ਤੂੰ ਆਖੇਗਾ ਮੈਂ ਉਂਝ ਹੀ ਕਰਾਂਗਾ, ਮੈਂ ਥੋੜਾ ਫੋਨ ਤੱਕਾਂਗਾ। ਕਹਿੰਦਾ ਉਹਨੇ ਆਸਤਾ ਆਸਤਾ ਗੇਮਾਂ ਵੀ ਛੱਡ ਦਿੱਤੀਆਂ ਤੇ ਮੇਰੇ 'ਚ ਬੜੀ ਦਿਲਚਸਪੀ ਲੈਣ ਲੱਗ ਪਿਆ। ਕਹਿੰਦਾ ਮੈਂ ਵੀ ਹਰ ਵੀਕਐਂਡ ਤੇ ਜਿਹੜਾ ਉਹਨੂੰ ਲੈ ਕੇ ਜਾਂਦਾ ਕਿਸੇ ਨਾ ਕਿਸੇ ਪਾਸੇ, ਕਹਿੰਦਾ ਕੋਈ ਖਵਾਲ ਪਿਆਲ ਕੇ ਵੀ ਲਿਆਂਦਾ, ਫਰਾਂਦਾ ਟਰਾਂਦਾ ਵੀ ਰਹਿੰਦਾ ਸਾਂ। ਕਹਿੰਦਾ ਮੇਰਾ ਬਹੁਤ ਅੱਛਾ ਦੋਸਤ ਬਣ ਗਿਆ ਸੀ। ਲੇਕਿਨ ਕਹਿੰਦਾ ਮੈਂ ਇਹ ਸੋਚਦਾ ਸਾਂ ਅਗਰ ਮੇਰਾ ਬੱਚਾ ਨਾ ਸਮਝਦਾ ਤੇ ਉਹਨਾਂ ਨੇ ਸਾਡੇ ਤੇ ਚੰਗਾ ਭਲਾ ਕੰਟਰੋਲ ਕਰ ਲੈਣਾ ਸੀ ਤੇ ਸਾਡੀ ਜਾਨ ਨਹੀਂ ਸੀ ਛੁੱਟਣੀ। ਕਹਿੰਦਾ ਬੜੀ ਮੁਸ਼ਕਲ ਨਾਲ ਜਾਨ ਛਡਾਈ ਹੈ। ਇਸ ਵਾਸਤੇ ਕੋਸ਼ਿਸ਼ ਕਰਿਆ ਕਰੋ ਆਪਣੇ ਬੱਚਿਆਂ ਨੂੰ ਜਿਹੜਾ ਪਿਆਰ ਮੁਹੱਬਤ ਨਾਲ ਸਮਝਾਓ, ਇਹ ਨਾ ਹੋਵੇ ਨਤੀਜਾ ਸਖਤ ਹੋ ਜੇ, ਤੁਹਾਡੇ ਸਾਰੇ ਬੱਚਿਆਂ ਨੂੰ ਲੈ ਜਾਣ ਕਿਉਂਕਿ ਤੁਹਾਡਾ ਰਵੱਈਆ ਅਗਰ ਸਹੀ ਨਹੀਂ ਹੈ। ਪਾਕਿਸਤਾਨ ਰਾਬਤਾ ਘੱਟ ਰੱਖਣਾ ਚਾਹੀਦਾ। ਪਾਕਿਸਤਾਨ ਦਾ ਰਾਬਤਾ ਜਿਹੜਾ ਤੁਹਾਨੂੰ ਨੁਕਸਾਨ ਪਹੁੰਚਾਉਂਦਾ ਹੈ, ਤੁਹਾਡੀ ਬੱਚਿਆਂ ਨੂੰ ਤਵੱਜੋ ਹਟ ਜਾਂਦੀ ਹੈ। ਇਸ ਵਾਸਤੇ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨਾਲ ਪਿਆਰ ਕਰੋ। ਬਾਕੀ ਅਗਰ ਇਹ ਕਿ ਮੈਂ ਹਮੇਸ਼ਾ ਤੁਹਾਨੂੰ ਆਖਣਾ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤੇ ਕੋਸ਼ਿਸ਼ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ। ਬਾਕੀ ਦੁਆਵਾਂ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਅੱਲਾਹ ਹਾਫਿਜ਼।